ਮਾਨ ਸਰਕਾਰ ਦੇ ਸਿਹਤ ਖੇਤਰ 'ਚ 5 ਵੱਡੇ ਕਦਮ। ਆਮ ਆਦਮੀ ਕਲੀਨਿਕ ਦੀਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣਗੀਆਂ। ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ। ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ। ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬਿਸ ਦਾ ਮੁਫਤ ਟੀਕਾ। ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ। ਇਹ ਹੈ ਨਵਾਂ ਪੰਜਾਬ, ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ, ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਘਾ ਸਵਾਗਤ ਕਰਦੀ ਹਾਂ। ਸੋ ਖਬਰਾਂ ਸ਼ੁਰੂਆਤ ਕਰਾਂਗੇ, ਪਰ ਉਸ ਤੋਂ ਪਹਿਲਾਂ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ। ਪ੍ਰਧਾਨ ਮੰਤਰੀ ਮੋਦੀ ਦਾ ਜਾਪਾਨ ਦਾ ਦੌਰਾ। ਜਾਪਾਨੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦਾ ਦਿੱਤਾ ਸੱਦਾ। ਕਿਹਾ ਭਾਰਤ ਵਿੱਚ ਸਥਿਰਤਾ ਅਤੇ ਪਾਰਦਰਸ਼ਤਾ ਹੈ। ਰੂਸ ਦਾ ਯੂਕਰੇਨ ਤੇ ਹੁਣ ਤੱਕ ਦਾ ਦੂਸਰਾ ਸਭ ਤੋਂ ਵੱਡਾ ਹਮਲਾ। EU ਅਤੇ UK ਨੇ ਰੂਸੀ ਡਿਪਲੋਮੈਟਾਂ ਨੂੰ ਕੀਤਾ ਤਲਬ। EU ਮਿਸ਼ਨ ਅਤੇ ਬ੍ਰਿਟਿਸ਼ ਕੌਂਸਲ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ। गृह मंत्री ने राहुल गांधी ते साधा निशाना। PM मोदी की मां लई वरते अपमानजनक शब्दों का किया विरोध। वोटर अधिकार यात्रा ते भी साधा निशाना। राहुल गांधी के बयान ते देश भर दे विच घमासान। बिहार राज्यपाल ने दी प्रतिक्रिया। कहा अजिहियां अपशब्द टिप्पणियां नूं स्वीकार नहीं किया जा सकता। हुण खबरां विस्तार दे नाल। ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਦੌਰੇ ਤੇ ਨੇ, ਜਿੱਥੇ ਉਹ ਰਾਜਧਾਨੀ ਟੋਕੀਓ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਜਾਪਾਨ ਆਰਥਿਕ ਫੋਰਮ ਵਿੱਚ ਆਪਣਾ ਭਾਸ਼ਣ ਜਾਪਾਨੀ ਭਾਸ਼ਾ ਵਿੱਚ ਸ਼ੁਰੂ ਕੀਤਾ। ਉਹਨਾਂ ਨੇ ਸਥਾਨਕ ਭਾਸ਼ਾ ਦੇ ਵਿੱਚ ਲੋਕਾਂ ਦਾ ਸਵਾਗਤ ਕੀਤਾ। ਸੋ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿੱਥੇ ਜਾਪਾਨ ਟੈਕਨੋਲੋਜੀ ਵਿੱਚ ਇੱਕ ਪਾਵਰ ਹਾਊਸ ਹੈ, ਉੱਥੇ ਹੀ ਭਾਰਤ ਪ੍ਰਤਿਭਾ ਦਾ ਪਾਵਰ ਹਾਊਸ ਹੈ। ਟੈਕਨੋਲੋਜੀ ਅਤੇ ਪ੍ਰਤਿਭਾ ਹੀ ਵਿਕਾਸ ਵੱਲ ਲੈ ਕੇ ਜਾ ਸਕਦੇ ਨੇ। ਭਾਰਤ ਤੇ ਜਾਪਾਨ ਵਿਚਕਾਰ ਸਹਿਯੋਗ ਦੀਆਂ ਬੇਅੰਤ ਸੰਭਾਵਨਾਵਾਂ ਨੇ। पीएम नरेंद्र मोदी अपनी जापान ਅਤੇ चीन यात्रा ਦੇ ਹਿੱਸੇ ਵਜੋਂ ਟੋਕੀਓ ਪਹੁੰਚੇ ਨੇ। ਇਸ ਦੌਰਾਨ ਉਹਨਾਂ ਨੇ ਟੋਕੀਓ ਦੇ ਵਿੱਚ 15ਵੇਂ ਭਾਰਤ ਜਾਪਾਨ ਆਰਥਿਕ ਫੋਰਮ ਵਿੱਚ ਸ਼ਿਰਕਤ ਕੀਤੀ। ਆਪਣੀ ਜਾਪਾਨ ਯਾਤਰਾ ਦੇ ਪਹਿਲੇ ਪੜਾਅ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰਨ ਦੇ ਲਈ ਜਾਪਾਨੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। आज भारत में पॉलिटिकल स्टेबिलिटी है, इकोनॉमिक स्टेबिलिटी है, पॉलिसी में पारदर्शिता है, प्रेडिक्टेबिलिटी है। आज भारत विश्व की सबसे तेज ग्रो करने वाली मेजर इकोनॉमी है और बहुत जल्द विश्व की तीसरी सबसे बड़ी इकोनॉमी बनने जा रहा है। वैश्विक ग्रोथ में भारत 18% योगदान दे रहा है। भारत की कैपिटल मार्केट्स में अच्छे रिटर्न्स मिल रहे हैं। एक मजबूत बैंकिंग सेक्टर भी है। लो इन्फ्लेशन और लो इंटरेस्ट रेट्स, करीब $700 बिलियन के फॉरेक्स रिजर्व है। ਸੋ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਨਿਵੇਸ਼ ਲਈ ਇੱਕ ਚੰਗਾ ਸਥਾਨ ਦੱਸਿਆ। ਉਹਨਾਂ ਕਿਹਾ ਕਿ ਇੱਕ ਸਰਵੇਖਣ ਅਨੁਸਾਰ 80% ਕੰਪਨੀਆਂ ਭਾਰਤ ਵਿੱਚ ਆਪਣਾ ਕਾਰੋਬਾਰ ਵਧਾਉਣਾ ਚਾਹੁੰਦੀਆਂ ਨੇ ਅਤੇ 75% ਪਹਿਲਾਂ ਹੀ ਲਾਭਦਾਇਕ ਨੇ। ਇਸ ਦਾ ਸਿੱਧਾ ਅਰਥ ਹੈ ਕਿ ਭਾਰਤ ਵਿੱਚ ਨਿਵੇਸ਼ ਕੀਤੀ ਗਈ ਪੂੰਜੀ ਨਾ ਸਿਰਫ ਵਧਦੀ ਹੈ, ਸਗੋਂ ਕਈ ਗੁਣਾ ਵੀ ਵਧਦੀ ਹੈ। ਸੋ ਇਹ ਬਿਆਨ ਜਾਪਾਨੀ ਕੰਪਨੀਆਂ ਨੂੰ ਭਾਰਤ ਵਿੱਚ ਵੱਡੇ ਪੱਧਰ ਤੇ ਨਿਵੇਸ਼ ਕਰਨ ਦੇ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦਿੱਤਾ ਗਿਆ ਸੀ। ਯੂਕਰੇਨ ਅਤੇ ਰੂਸ ਵਿਚਕਾਰ ਚੱਲ ਰਹੀ ਜੰਗ ਵਿੱਚ ਰੂਸ ਨੇ ਇੱਕ ਵਾਰ ਫਿਰ ਤੋਂ ਵੱਡਾ ਹਮਲਾ ਕੀਤਾ ਹੈ। ਸੋ ਇਹ ਹਮਲਾ ਜੰਗ ਸ਼ੁਰੂ ਹੋਣ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਸੋ ਇਸ ਹਮਲੇ ਦੇ ਵਿੱਚ 4 ਬੱਚਿਆਂ ਸਮੇਤ 23 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ ਨੇ ਯੂਕਰੇਨ ਦੇ ਵਿੱਚ ਤਬਾਹੀ ਮਚਾ ਦਿੱਤੀ ਹੈ ਅਤੇ ਯੂਰਪੀਅਨ ਯੂਨੀਅਨ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਯੂਕਰੇਨੀ ਹਵਾਈ ਸੈਨਾ ਦੇ ਅਨੁਸਾਰ ਰੂਸ ਨੇ ਰਾਤੋਂ-ਰਾਤ 629 ਹਵਾਈ ਹਮਲੇ ਕੀਤੇ, ਜਿਨ੍ਹਾਂ ਦੇ ਵਿੱਚ 598 ਡਰੋਨਸ ਅਤੇ 31 ਮਿਜ਼ਾਈਲਾਂ ਸ਼ਾਮਲ ਸਨ।
ਯੂਕਰੇਨ ਨੇ ਇਹਨਾਂ ਵਿੱਚੋਂ 563 ਡਰੋਨ ਅਤੇ 26 ਮਿਸਾਈਲਾਂ ਨੂੰ ਰੋਕਣ ਦਾ ਦਾਅਵਾ ਕੀਤਾ ਹੈ। ਰੂਸੀ ਰੱਖਿਆ ਮੰਤਰਾਲੇ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਵਿੱਚ ਕਿੰਜਲ ਹਾਈਪਰਸੋਨਿਕ ਏਰੋ ਬੈਲਿਸਟਿਕ ਮਿਸਾਈਲਾਂ ਅਤੇ ਲੜਾਕੂ ਡਰੋਨਸ ਦੀ ਵਰਤੋਂ ਕੀਤੀ ਗਈ ਸੀ। ਦੱਸਣਾ ਚਾਹਾਂਗੇ ਕਿ ਰੂਸ ਨੇ ਪਹਿਲੀ ਵਾਰ ਕਾਲੇ ਸਾਗਰ ਦੇ ਵਿੱਚ ਤਾਇਨਾਤ ਯੂਕਰੇਨੀ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੇ ਲਈ ਸਮੁੰਦਰੀ ਡਰੋਨ ਹਮਲਾ ਕੀਤਾ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਸੋ ਇਨ੍ਹਾਂ ਹਮਲਿਆਂ ਦੇ ਵਿੱਚ ਰਾਜਧਾਨੀ ਕੀਵ ਦੇ ਵਿੱਚ ਸਥਿਤ EU ਮਿਸ਼ਨ ਅਤੇ ਬ੍ਰਿਟਿਸ਼ ਕੌਂਸਲ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਘਟਨਾ ਤੋਂ ਬਾਅਦ ਹੈਰਾਨ ਹੋਏ ਯੂਰਪੀਅਨ ਯੂਨੀਅਨ ਅਤੇ ਬ੍ਰਿਟੇਨ ਨੇ ਤੁਰੰਤ ਆਪਣੇ ਦੇਸ਼ਾਂ ਵਿੱਚ ਕੰਮ ਕਰ ਰਹੇ ਸੀਨੀਅਰ ਰੂਸੀ ਡਿਪਲੋਮੈਟਾਂ ਨੂੰ ਤਲਬ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ। ਹਮਲੇ ਦੇ ਵਿੱਚ 2 ਮੀਡੀਆ ਹਾਊਸਾਂ ਦੇ ਦਫ਼ਤਰਾਂ ਨੂੰ ਵੀ ਨੁਕਸਾਨ ਪਹੁੰਚਿਆ। ਸੋ ਇਹ ਹਮਲੇ ਅਜਿਹੇ ਸਮੇਂ ਹੋਏ ਨੇ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਜੰਗਬੰਦੀ ਅਤੇ ਸ਼ਾਂਤੀ ਸਮਝੌਤੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਅਮਰੀਕਾ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਅਜਿਹੇ ਹਮਲੇ ਸ਼ਾਂਤੀ ਯਤਨਾਂ ਨੂੰ ਕਮਜ਼ੋਰ ਕਰ ਸਕਦੇ ਨੇ। ਇਸ ਹਮਲੇ ਨੇ ਟਰੰਪ ਦੀ ਸ਼ਾਂਤੀ ਮੁਹਿੰਮ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਹਾਰ ਦੇ ਦਰਭੰਗਾ ਵਿੱਚ ਵੋਟਰ ਅਧਿਕਾਰ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਲਈ ਵਰਤੇ ਗਏ ਅਪਮਾਨਜਨਕ ਸ਼ਬਦਾਂ ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਨੇ ਕਾਂਗਰਸ ਅਤੇ ਆਰਜੇਡੀ ਸਮੇਤ ਮਹਾਗਠਜੋੜ ਦੀਆਂ ਸਹਿਯੋਗੀ ਪਾਰਟੀਆਂ ਵੱਲੋਂ ਕੱਢੀ ਜਾ ਰਹੀ ਵੋਟਰ ਅਧਿਕਾਰ ਯਾਤਰਾ ਤੇ ਵੀ ਨਿਸ਼ਾਨਾ ਸਾਧਿਆ। ਅਸਾਮ ਦੀ ਗੁਹਾਟੀ ਵਿੱਚ ਨਵੇਂ ਰਾਜ ਭਵਨ ਦੇ ਉਦਘਾਟਨ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਰਤੀ ਰਾਜਨੀਤੀ ਵਿੱਚ ਨਫ਼ਰਤ ਅਤੇ ਨਫ਼ਰਤ ਦੀ ਨਕਾਰਾਤਮਕ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਹੇਠਲੇ ਪੱਧਰ ਦਾ ਪ੍ਰਦਰਸ਼ਨ ਉਹਨਾਂ ਦੀ ਘੁਸਪੈਠੀਏ ਬਚਾਓ ਯਾਤਰਾ ਵਿੱਚ ਵੇਖਿਆ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਬਿਹਾਰ ਵਿੱਚ ਘੁਸਪੈਠੀਏ ਬਚਾਓ ਯਾਤਰਾ ਕੱਢੀ ਹੈ। ਕਾਂਗਰਸੀ ਆਗੂਆਂ ਨੇ ਰਾਹੁਲ ਗਾਂਧੀ ਦੇ ਸਵਾਗਤ ਲਈ ਲਗਾਏ ਗਏ ਮੰਚ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਸਵਰਗੀ ਮਾਂ ਨੂੰ अपमानजनक शब्द बोल के घिनौना काम किया। भारत की राजनीति में कांग्रेस के नेता राहुल गांधी ने जिस प्रकार से घृणा और तिरस्कार की नकारात्मक राजनीति की शुरुआत की है, उसका निम्न स्तर का एक प्रदर्शन उनकी घुसपैठिया बचाओ यात्रा में देखने को मिला। ये घुसपैठिया बचाओ यात्रा जो उन्होंने बिहार में निकाली है, उसमें राहुल गांधी के स्वागत के मंच पर से नरेंद्र मोदी जी की स्वर्गीय माता जी के लिए अपशब्द बोलकर सबसे घृणित काम कांग्रेस के नेताओं ने किया है। मैं आज इस मंच से राहुल जी ने जिस प्रकार से घृणा की स्तर बगर की राजनीति की शुरुआत की है, उसकी और प्रधानमंत्री नरेंद्र मोदी जी की स्वर्गीय माता जी के लिए जो अपशब्द कहे गए, उसकी मैं हृदय से निंदा करता हूं। और मैं पूरे देश की जनता को भी कहना चाहता हूं कि जिस प्रकार की राजनीति, मुद्दा विहीन विरोध की राजनीति, नकारात्मक राजनीति, घृणा की राजनीति श्री राहुल गांधी ने शुरू की है, वो हमारे सार्वजनिक जीवन को ऊंचाई नहीं देगी, गर्त में ले जाएगी। ਤੁਹਾਨੂੰ ਦੱਸ ਦਈਏ ਕਿ ਬਿਹਾਰ ਦੇ ਵਿੱਚ ਕਾਂਗਰਸ ਪਾਰਟੀ ਦੇ ਮੰਚ ਤੋਂ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੀ ਸਵਰਗੀ ਮਾਂ ਦੇ ਲਈ ਕਥਿਤ ਤੌਰ ਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਲਈ ਭਾਜਪਾ ਰਾਹੁਲ ਗਾਂਧੀ ਤੇ ਹਮਲਾ ਕਰ ਰਹੀ ਹੈ। ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਤੇ ਹਮਲਾ ਬੋਲਿਆ। ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਵਿੱਚ ਇੰਡੀਆ ਅਲਾਈਅੰਸ ਦੇ ਇੱਕ ਪ੍ਰੋਗਰਾਮ ਦੌਰਾਨ ਪੀਐਮ ਮੋਦੀ ਅਤੇ ਉਹਨਾਂ ਦੀ ਮਾਤਾ ਵਿਰੁੱਧ ਅਪਸ਼ਬਦ ਵਰਤੇ ਗਏ, ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਰਾਜਨੀਤਿਕ ਗਰਮਾਈ ਹੋਈ ਹੈ। ਕਾਂਗਰਸ ਤੇ ਭਾਜਪਾ ਦੋਵੇਂ ਇੱਕ ਦੂਸਰੇ ਤੇ ਦੋਸ਼ ਲਗਾ ਰਹੀਆਂ ਨੇ। ਸੋ ਹੁਣ ਬਿਹਾਰ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਇਸ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਉਹਨੇ ਕਿਹਾ ਕਿ ਲੋਕਤੰਤਰ ਵਿੱਚ ਅਜਿਹੀਆਂ ਅਪਸ਼ਬਦ ਟਿੱਪਣੀਆਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਦਿੱਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਬਿਹਾਰ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਪੀਐਮ ਮੋਦੀ ਤੇ ਅਪਸ਼ਬਦ ਟਿੱਪਣੀਆਂ ਦੇ ਮਾਮਲੇ ਤੇ ਕਿਹਾ, ਜੇਕਰ ਸਾਡੇ ਰੋਜ਼ਾਨਾ ਜੀਵਨ ਵਿੱਚ ਵੀ ਅਸ਼ਲੀਲ ਭਾਸ਼ਾ ਸਵੀਕਾਰ ਨਹੀਂ ਹੈ ਤਾਂ ਇਸ ਨੂੰ ਜਨਤਕ ਜੀਵਨ ਦੇ ਵਿੱਚ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ। मैं उस पर तो नहीं बोलूंगा किसी राजनीतिक गतिविधि पे, लेकिन एक बात पे अपनी चिंता व्यक्त करना चाहता हूं जो मैं लगातार
विभिन्न तरीके से कह रहा हूं कि अदालत में आप जाइए, क्या आपको किसी वकील को या मुकदमे जिसका है उसको ये अधिकार है कि वो वहां अमर्यादित भाषा का प्रयोग कर सके, इस तरह से गिरी हुई भाषा का प्रयोग कर सके? अगर कानून उस संस्था में जहां केवल कानून की व्याख्या होती है और कानून के अनुरूप न्याय होता है, अगर वहां अमर्यादित भाषा की जरूरत, अमर्यादित भाषा को बर्दाश्त नहीं किया जाता, तो उस संस्था में जहां कानून बनाए जाते हैं, विधि का निर्माण वहीं होता है, वहां पर वो भाषा बोली जाए जो न केवल अमर्यादित है, असंसदीय भी। मैं पार्लियामेंट में अगर आप विरोधी हैं और आप कोई बात ऐसा आरोप लगाएं या ऐसी बात कहें जो तथ्यों पर आधारित ना हो, मैं आपको झूठा नहीं कह सकता। मैं ज्यादा से ज्यादा ये कह सकता हूं कि आपने जो कहा है वो सही नहीं है, वो सत्य नहीं। झूठ शब्द नहीं प्रयोग कर सकता मैं पार्लियामेंट, लेकिन ये पूरा देश देख रहा है और मैं किसी को नहीं एड्रेस कर रहा हूं, मैं देश की जनता से कह रहा हूं कि क्या हम ये बर्दाश्त करेंगे कि हमारी संस्थाओं का इस तरह से डीवैल्यू किया जाए, उनके स्तर को गिराया जाए? यहाँ तो लगता है कि जैसे सारी मर्यादाओं का उल्लंघन हो रहा है। मैं उस पर, और मैं किसी को एड्रेस नहीं कर रहा है क्वेश्चन, मैं चाहता हूँ देश की जनता इस पर गौर करे। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਤੇ ਤਿੱਖਾ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਵਿੱਚ ਥੋੜੀ ਵੀ ਸ਼ਰਮ ਬਚੀ ਹੈ ਤਾਂ ਉਹਨਾਂ ਨੂੰ ਇਸ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਸੋ ਹੁਣ ਵੇਲੇ ਛੋਟੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੋਣੇ ਆ। ब्रेक तो बाद आप सब का निੱਘਾ स्वागत है। सब ਵਧਦੇ हैं अगली खबर ਦੇ ਵੱਲ, ਜਿੱਥੇ ਕਿ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਮਹੁਆ ਮੋਇਤਰਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਇਤਰਾਜ਼ਯੋਗ ਬਿਆਨ ਦਿੱਤਾ। ਜੀ ਹਾਂ, ਬਿਆਨ ਦਿੰਦੇ ਹੋਏ ਉਹਨਾਂ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਤੇ ਕਿਹਾ ਹੈ ਕਿ ਗ੍ਰਹਿ ਮੰਤਰੀ ਦਾ ਸਿਰ ਵੱਢ ਕੇ ਮੇਜ਼ ਤੇ ਰੱਖ ਦੇਣਾ ਚਾਹੀਦਾ ਹੈ। ਸੋ ਮਹੁਆ ਨੇ ਇਹ ਬਿਆਨ ਬੰਗਾਲ ਵਿੱਚ ਗੈਰ ਕਾਨੂੰਨੀ ਘੁਸਪੈਠੀਏ ਨਾਲ ਸੰਬੰਧਿਤ ਕਾਰਵਾਈ ਬਾਰੇ ਦਿੱਤਾ ਹੈ। ਸੋ ਆਪਣੀ ਭਾਸ਼ਣ ਦੇ ਵਿੱਚ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਗੈਰ ਕਾਨੂੰਨੀ घुसपैठ की जिम्मेवारी पूरी तरह केंद्र सरकार ਅਤੇ ਇਸ ਦੀਆਂ ਏਜੰਸੀਆਂ ਦੀ ਹੈ। टीएमसी संसद मैंबर महुआ मोइत्रा ने गृह मंत्री अमित शाह बारे एक विवादपूर्ण बयान दिता है। महुआ मोइत्रा ने यह बयान पश्चिमी बंगाल के नादिया जिले विच पत्रकारां नाल गलबात करते हुए दिता, जदों पत्रकारां ने उन्हां तो गैर कानूनी घुसपैठ बारे एक सवाल पूछा ਤਾਂ ਮਹੁਆ ਮੋਇਤਰਾ ਨੇ ਜਵਾਬ ਦਿੰਦੇ ਹੋਏ ਇਹ ਵਿਵਾਦਪੂਰਨ ਟਿੱਪਣੀ ਕੀਤੀ। उन्हें कहा है कि जेकर भारत दीयां सरहदां दी राखी करन वाला कोई नहीं है, जेकर दूसरे देशां दे लोग हर रोज सैकड़े हजारां ते लखां दी गिनती विच घुसपैठ कर रहे ने ते साडियां मावां भैणां ते नज़र रख रहे ने, साडियां ज़मीनां खो रहे ने, तां पहलां सानू अमित शाह दा सिर वट के मेज ते रख देना चाहिदा है। सो यह बयान अजिहे समय आया है जदों मोदी सरकार ने भारत विच रह रहे रोहिंग्या ते बंगलादेश तो गैर कानूनी प्रवासियों नूं हटाउण लई ऑपरेशन पुश बैक शुरू कीता है। महुआ मोइत्रा ने सीमा सुरक्षा बल ते भी सवाल उठाए ने। उन्होंने कहा कि BSF कित्थे है, BSF की कर रही है, ਅਸੀਂ ਮੂਲ ਵਾਸੀ BSF ਤੋਂ ਡਰਦੇ ਹਾਂ, ਸਾਨੂੰ ਇੱਥੇ ਬੰਗਾਲ ਦੇ ਵਿੱਚ ਕੋਈ ਘੁਸਪੈਠ ਦਿਖਾਈ ਨਹੀਂ ਦਿੰਦੀ। ਉਹਨਾਂ ਦੀਆਂ ਟਿੱਪਣੀਆਂ ਦਰਸਾਉਂਦੀਆਂ ਨੇ ਕਿ ਸਰਹੱਦੀ ਸੁਰੱਖਿਆ ਵਿੱਚ BSF ਦੀ ਭੂਮਿਕਾ ਪੱਛਮੀ ਬੰਗਾਲ ਦੇ ਸਥਾਨਕ ਲੋਕਾਂ ਦੀ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੀ। ਸੋ ਮਹੁਆ ਦੇ ਬਿਆਨ ਬਾਰੇ ਸੰਦੀਪ ਮਜ਼ੂਮਦਾਰ ਨਾਮ ਦੇ ਇੱਕ ਭਾਜਪਾ ਵਰਕਰ ਨੇ ਨਾਦੀਆ ਕੋਤਵਾਲੀ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਅਪੀਲ ਕੀਤੀ ਹੈ। ਸੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਸਾਮ ਦੇ 2 ਦਿਨਾਂ ਦੌਰੇ ਤੇ ਨੇ। ਉਹਨਾਂ ਨੇ ਸ਼ੁੱਕਰਵਾਰ ਨੂੰ ਗੁਹਾਟੀ ਰਾਜ ਭਵਨ ਦੀ ਨਵੀਂ ਬਣੀ ਬ੍ਰਹਮਪੁੱਤਰ ਇਕਾਈ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਹਮਲਾ ਕੀਤਾ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਨਕਾਰਾਤਮਕ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਘੁਸਪੈਠੀਏ ਬਚਾਓ ਯਾਤਰਾ ਸ਼ੁਰੂ ਕੀਤੀ ਹੈ। ਵੋਟਰ ਸੂਚੀ ਵਿੱਚ ਘੁਸਪੈਠੀਏ ਬੈਠੇ ਚੋਣਾਂ ਨੂੰ ਪ੍ਰਦੂਸ਼ਿਤ ਕਰ ਦੇਣਗੇ। ਜੇਕਰ ਰਾਹੁਲ ਗਾਂਧੀ ਵਿੱਚ ਕੋਈ ਸ਼ਰਮ ਬਚੀ ਹੈ ਤਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਸੂਚਨਾ ਟੈਕਨੋਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੀਜੀ ਸੈਮੀ ਦੀ ਪਾਇਲਟ ਆਊਟਸੋਰਸਡ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟ ਸਹੂਲਤ ਦੇ ਉਦਘਾਟਨ ਮੌਕੇ ਕਿਹਾ ਕਿ ਭਾਰਤ ਦੀ ਪਹਿਲੀ ਮੇਡ ਇਨ ਇੰਡੀਆ ਸੈਮੀ ਕੰਡਕਟਰ ਚਿਪ ਗੁਜਰਾਤ ਦੇ ਸਾਨੰਦ ਵਿੱਚ ਸੀਜੀ ਸੈਮੀ ਪ੍ਰਾਈਵੇਟ ਲਿਮਟਿਡ ਵਿਖੇ ਬਣਾਈ ਜਾਵੇਗੀ। ਪੀਐਮ ਨਰਿੰਦਰ ਮੋਦੀ ਨੇ ਸੁਤੰਤਰਤਾ ਦਿਵਸ ਦੇ ਪੋਡੀਅਮ ਤੋਂ ਪਹਿਲਾਂ ਕਿਹਾ ਸੀ ਕਿ ਭਾਰਤ ਦੀ ਪਹਿਲੀ ਚਿਪ ਇੱਕ ਪੈਕ ਕੀਤੀ ਚਿਪ ਜੋ ਭਾਰਤ ਵਿੱਚ ਅਸੈਂਬਲ ਅਤੇ ਟੈਸਟ ਕੀਤੀ ਜਾਏਗੀ 2025 ਦੇ ਅੰਤ ਤੱਕ ਤਿਆਰ ਹੋ ਜਾਵੇਗੀ। ਸਾਨੰਦ OSAT ਸਹੂਲਤ ਦੇਸ਼ ਦੀ ਪਹਿਲੀ ਐਂਡ-ਟੂ-ਐਂਡ ਯੂਨਿਟ ਹੈ ਜਿਸ ਨੂੰ ਸੀਜੀ ਸੈਮੀ ਦੁਆਰਾ ਵਿਕਸਿਤ ਕੀਤਾ ਗਿਆ ਜਿਸ ਦੀ ਇਸ ਵਿੱਚ 92.3% ਦੀ ਹਿੱਸੇਦਾਰੀ ਹੈ। ਇਹ ਪ੍ਰੋਜੈਕਟ ਰੈਨੇਸਾਂਸ ਇਲੈਕਟ੍ਰੋਨਿਕਸ ਅਤੇ ਸਟਾਰਟਰਸ ਮਾਈਕਰੋ ਇਲੈਕਟ੍ਰੋਨਿਕਸ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਕੋਲ ਕ੍ਰਮਵਾਰ ਲਗਭਗ 6.8 ਅਤੇ 0.9% ਦੀ ਇਕੁਇਟੀ ਹੈ। ਕੇਂਦਰ ਸਰਕਾਰ ਦੇ ਇੰਡੀਆ ਸੈਮੀ ਕੰਡਕਟਰ ਮਿਸ਼ਨ ਦੁਆਰਾ ਸਮਰਥਿਤ ਸਾਨੰਦ OSAT ਸਹੂਲਤ ਨੂੰ ਫਰਵਰੀ 2024 ਵਿੱਚ 5 ਸਾਲਾਂ ਵਿੱਚ 7,600 ਕਰੋੜ ਰੁਪਏ ਦੇ ਖਰਚੇ ਨਾਲ ਮਨਜ਼ੂਰੀ ਦਿੱਤੀ ਗਈ ਸੀ ਅਤੇ ਅਗਲੇ ਮਹੀਨੇ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਸੋ ਇਹ ਧਿਆਨ ਦੇਣ ਯੋਗ ਹੈ ਕਿ ਇਸ ਦੇ ਵਿੱਚ 2 ਯੂਨਿਟ ਨੇ। ਵੀਰਵਾਰ ਦਾ ਉਦਘਾਟਨ ਸਿਰਫ ਪਾਇਲਟ OSAT ਸਹੂਲਤ ਲਈ ਸੀ। ਅਗਲੇ ਸਾਲ ਵੱਡੀ ਯੂਨਿਟ ਦਾ ਉਦਘਾਟਨ ਹੋਣ ਦੀ ਉਮੀਦ ਹੈ। ਸੋ ਇਹ ਯੂਨਿਟ ਲਗਭਗ 20 ਗੁਣਾ ਵੱਡਾ ਹੈ ਜਿਸ ਦਾ ਨਿਰਮਾਣ ਖੇਤਰ 10 ਲੱਖ ਵਰਗ ਫੁੱਟ ਤੋਂ ਵੱਧ ਹੈ ਅਤੇ ਇਹ ਪਾਇਲਟ ਲਾਈਨ ਤੋਂ 3 ਕਿਲੋਮੀਟਰ ਦੂਰ ਸਥਿਤ ਹੈ। ਸੋ 600 ਕਰੋੜ ਰੁਪਏ ਦੇ ਨਿਵੇਸ਼ ਅਤੇ 100-200 ਲੋਕਾਂ ਨੂੰ ਰੋਜ਼ਗਾਰ ਦੇਣ ਵਾਲੀ ਇਸ ਪਾਇਲਟ ਯੂਨਿਟ ਨੇ ਵੀਰਵਾਰ ਨੂੰ ਉਤਪਾਦਨ ਸ਼ੁਰੂ ਕਰ ਦਿੱਤਾ ਹੈ। IT ਮੰਤਰੀ ਨੇ ਕਿਹਾ ਹੈ ਕਿ ਪਾਇਲਟ ਲਾਈਨ ਗਾਹਕਾਂ ਦੀ ਪ੍ਰਮਾਣਿਕਤਾ ਲਈ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਹੈ ਕਿ ਪਾਇਲਟ ਲਾਈਨ ਵਿੱਚ ਬਣੇ ਉਤਪਾਦਾਂ ਦੀ ਮੁੱਖ ਪਲਾਂਟ ਤੇ ਵੱਡੇ ਪੱਧਰ ਤੇ ਵਪਾਰਕ ਉਤਪਾਦਨ ਸ਼ੁਰੂ ਹੋਣ ਤੋਂ ਪਹਿਲਾਂ ਗਾਹਕਾਂ ਦੁਆਰਾ ਜਾਂਚ ਅਤੇ ਮੁਲਾਂਕਣ ਕੀਤਾ ਜਾਏਗਾ। ਸੋ ਪਾਇਲਟ ਲਾਈਨ ਦੀ ਸਮਰੱਥਾ ਪ੍ਰਤੀ ਦਿਨ 5 ਲੱਖ ਚਿਪਾਂ ਦੀ ਹੋਏਗੀ। ਅਗਲੇ 5 ਸਾਲਾਂ ਵਿੱਚ G1 ਅਤੇ G2 ਦੇ ਪ੍ਰਤੀ ਦਿਨ 15 ਮਿਲੀਅਨ ਚਿਪਾਂ ਜਾਂ ਫਿਰ ਸਾਲਾਨਾ 4.7 ਬਿਲੀਅਨ ਚਿਪਾਂ ਦੀ ਸੰਯੁਕਤ ਸਥਾਪਿਤ ਸਮਰੱਥਾ ਤੱਕ ਪਹੁੰਚਣ ਦੀ ਉਮੀਦ ਹੈ। ਇਹ ਚਿਪ ਖਪਤਕਾਰ ਇਲੈਕਟ੍ਰੋਨਿਕਸ, ਆਟੋਮੋਬਾਈਲ ਅਤੇ ਇਲੈਕਟ੍ਰੋਨਿਕ ਵਾਹਨਾਂ ਸਮੇਤ ਮੁੱਖ ਖੇਤਰਾਂ ਵਿੱਚ ਕੰਮ ਕਰਨਗੇ। IT ਮੰਤਰੀ ਨੇ ਅੱਗੇ ਕਿਹਾ ਹੈ ਕਿ ਸਾਨੰਦ ਵਿੱਚ ਸਥਿਤ ਮਾਈਕਰੋਨ ਅਤੇ ਕੇਨਸ ਸੈਮੀਕੰਡਕਟਰ ਪਲਾਂਟ ਲਈ ਵੀ ਇਹੀ ਪੜਾਅਵਾਰ ਪਹੁੰਚ ਅਪਣਾਈ ਜਾਏਗੀ ਜੋ ਕਿ ਇੱਕ ਪਾਇਲਟ ਲਾਈਨ ਨਾਲ ਸ਼ੁਰੂ ਹੋਏਗੀ ਅਤੇ ਫਿਰ ਪੂਰੇ ਪੈਮਾਨੇ ਤੇ ਵਪਾਰਕ ਕਾਰਜਾਂ ਵੱਲ ਵਧੇਗੀ। ਮਾਈਕਰੋਨ ਪਲਾਂਟ ਦੇ ਦਸੰਬਰ 2025 ਜਾਂ ਜਨਵਰੀ 2026 ਤੱਕ ਤਿਆਰ ਹੋਣ ਦੀ ਉਮੀਦ ਹੈ। ਪਾਕਿਸਤਾਨ ਦੇ ਵਿੱਚ ਰਾਵੀ ਦਰਿਆ ਵਿੱਚ ਛੱਡੇ ਗਏ ਪਾਣੀ ਕਾਰਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਵੱਡਾ ਹਿੱਸਾ ਹੜ੍ਹਾਂ ਵਿੱਚ ਡੁੱਬ ਗਿਆ ਹੈ। ਸਿੱਖ ਸ਼ਰਧਾਲੂ ਲਈ ਆਸਥਾ ਦਾ ਕੇਂਦਰ ਇਹ ਪਵਿੱਤਰ ਸਥਾਨ ਇਸ ਸਮੇਂ ਹੜ੍ਹਾਂ ਦੇ ਪਾਣੀ ਵਿੱਚ ਡੁੱਬਿਆ ਹੋਇਆ ਹੈ। ਸੋ ਇਸ ਤੋਂ ਬਾਅਦ ਹੁਣ ਪਾਕਿਸਤਾਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਦੀ ਸਫਾਈ ਨੂੰ ਲੈ ਕੇ ਸਖਤ ਆਦੇਸ਼ ਦਿੱਤੇ ਨੇ। ਸਥਾਨਕ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਹੜ੍ਹਾਂ ਨਾਲ ਭਰੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਸਾਫ਼ ਕਰਨ ਦੇ ਆਦੇਸ਼ ਦਿੱਤੇ ਨੇ। ਉਹਨੇ ਕਿਹਾ ਕਿ ਸਭ ਤੋਂ ਪਹਿਲਾਂ ਸਾਨੂੰ ਗੁਰਦੁਆਰਾ ਕੰਪਲੈਕਸ ਦੇ ਅੰਦਰੋਂ ਹੜ੍ਹ ਦਾ ਪਾਣੀ ਕੱਢਣਾ ਪਵੇਗਾ ਕਿਉਂਕਿ ਇਹ ਇੱਕ ਸਿੱਖ ਧਾਰਮਿਕ ਸਥਾਨ ਹੈ। जो गुरुद्वारा है पूरा फिल्ड इनंडेटेड है, आप पहली कोशिश ये करें कि आप अंदर से उसके एटलीस्ट पानी ड्रेन करें ताकि वहाँ पे जो यात्रीज़ हैं, ये जो हमारी सिख भाई हैं, कम्युनिटी है, उनको आसानी हो। उनकी एक मजहबी जगह है। फिर प्राइम मिनिस्टर जो अब वाटर बॉर्न डिजीज़ हैं जिसमें कॉलरा है, स्किन डिजीज़ हैं, डायरिया है, जिसके अंदर अब हेपेटाइटिस खुदा न खास्ता फैलने का ख़तरा है, तो इसमें हमने फील्ड हॉस्पिटल्स को एक्टिवेट किया है। हमारे पास अल्लाह ताला का शुक्र है 1000 के करीब क्लिनिक्स ऑन व्हील्स हैं जिनको मैंने सारे आफतज़दा इलाकों में डाइवर्ट किया है। ये हमारे साथ हेल्थ मिनिस्टर भी बैठे हैं, हेल्थ सेक्रेटरी भी बैठे हैं। इनको मैंने कल वाज़े हदायत दी। कल मैंने 3 घंटे की मीटिंग की है विद ऑल DCs, ऑल कमिश्नर्स, और ये सब हजरात मौजूद थे कि वैक्सीनेशन भी इनके पास जो है वो अच्छी तादाद में होनी चाहिए। स्नेक बाइट्स के वाक़यात हो रहे हैं तो एंटीडोट्स जो हैं वो इनके पास होने चाहिए। दूसरा जो जितनी भी दवाइयाँ जिनकी इमरजेंसी में ज़रूरत है उनका जो एम्पल स्टॉक है वो मौजूद होना चाहिए। टीम्स को हर ऐसे इलाके का में जाके कैंप करना चाहिए जहाँ पे जो इनंडेट हुए हैं। ਦੱਸ ਦਈਏ ਕਿ ਗੁਰਦੁਆਰੇ ਦੇ ਅਹਾਤੇ ਵਿੱਚ 2 ਤੋਂ 3 ਫੁੱਟ ਤੱਕ ਪਾਣੀ ਇਕੱਠਾ ਹੋ ਗਿਆ। ਸ਼੍ਰੀ ਦਰਬਾਰ ਸਾਹਿਬ ਦੀਆਂ ਮੁੱਖ ਪੌੜੀਆਂ ਦੀਆਂ 4 ਪੌੜੀਆਂ ਪਾਣੀ ਵਿੱਚ ਡੁੱਬ ਗਈਆਂ ਨੇ ਅਤੇ ਪਾਣੀ ਦਾ ਪੱਧਰ ਲਗਾਤਾਰ ਹੀ ਵਧ ਰਿਹਾ ਹੈ। ਬਾਹਰ ਸਥਿਤ ਮਜ਼ਾਰ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਜਦੋਂ ਕਿ ਜ਼ਮੀਨੀ ਮੰਜ਼ਿਲ ਤੇ ਬਣੀ ਸਮਾਧ ਵੀ ਪਾਣੀ ਵਿੱਚ ਡੁੱਬ ਗਈ ਹੈ।
ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਅਤੇ ਸੇਵਾਦਾਰ ਸੁਰੱਖਿਅਤ ਨੇ, ਜਿਨ੍ਹਾਂ ਨੂੰ ਉੱਪਰਲੀ ਮੰਜ਼ਲ ਤੇ ਰੱਖਿਆ ਗਿਆ। ਹੜ੍ਹ ਨੇ ਗੁਰਦੁਆਰੇ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ। ਸ਼੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਸੜਕ ਤੇ ਪਾਣੀ ਭਰਨ ਕਾਰਨ ਆਵਾਜਾਈ ਠੱਪ ਹੋ ਗਈ ਹੈ ਅਤੇ ਲੋਕਾਂ ਦਾ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਏਸ਼ੀਆ ਕੱਪ 2025 ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਿੱਚ ਵੱਡੇ ਬਦਲਾਅ ਵੇਖਣ ਨੂੰ ਮਿਲੇ ਨੇ। ਰੋਜ਼ਰ ਬੀਨੀ ਨੇ BCCI ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਗਲੀਆਂ ਚੋਣਾਂ ਤੱਕ ਮੀਤ ਪ੍ਰਧਾਨ ਰਾਜੀਵ ਸ਼ੁਕਲਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। ਜਾਣਕਾਰੀ ਅਨੁਸਾਰ ਪ੍ਰਧਾਨ ਦੀ ਚੋਣ ਸਤੰਬਰ ਵਿੱਚ ਹੋ ਸਕਦੀ ਹੈ। 2015 ਵਿੱਚ ਸ਼ੁਕਲਾ ਨੂੰ BCCI ਵੱਲੋਂ ਸਹਿਮਤੀ ਨਾਲ IPL ਦਾ ਪ੍ਰਧਾਨ ਮੁੜ ਨਿਯੁਕਤ ਕੀਤਾ ਗਿਆ ਸੀ। 18 ਦਸੰਬਰ 2020 ਨੂੰ ਉਹਨਾਂ ਨੂੰ BCCI ਦਾ ਨਿਰਵਿਰੋਧ ਮੀਤ ਪ੍ਰਧਾਨ ਚੁਣਿਆ ਗਿਆ ਸੀ। ਸੋ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬੁੱਧਵਾਰ ਨੂੰ ਹੋਈ BCCI ਦੀ ਸਿਖਰਲੀ ਕੌਂਸਲ ਦੀ ਬੈਠਕ ਵਿੱਚ ਸ਼ੁਕਲਾ ਨੇ ਕਾਰਜਕਾਰੀ ਪ੍ਰਧਾਨ ਦਾ ਕਾਰਜਭਾਰ ਸੰਭਾਲਿਆ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੈਠਕ ਦਾ ਮੁੱਖ ਏਜੰਡਾ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਡ੍ਰੀਮ 11 ਦੇ ਜਾਣ ਤੋਂ ਬਾਅਦ ਟੀਮ ਇੰਡੀਆ ਦੇ ਨਵੇਂ ਮੁੱਖ ਸਪਾਂਸਰ ਬਾਰੇ ਚਰਚਾ ਕਰਨਾ ਸੀ। ਹਾਲਾਂਕਿ 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਦੇ ਨਾਲ ਇੱਕ ਨਵਾਂ ਸਪਾਂਸਰ ਲੱਭਣਾ ਇੱਕ ਵੱਡੀ ਚੁਣੌਤੀ ਵੀ ਬਣੀ ਹੋਈ ਹੈ। ਸੋ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਲੋੜਾ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਆਏ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਬਣੇ ਸੰਵਿਧਾਨ ਤੇ ਚੱਲਦਾ ਹੈ। ਜਦ ਤੱਕ ਨਵਾਂ ਕਾਨੂੰਨ ਪ੍ਰਕਾਸ਼ਿਤ ਨਹੀਂ ਹੁੰਦਾ ਤਦ ਤੱਕ BCCI ਅਤੇ ਸੂਬਾ ਸੰਘਾਂ ਨੂੰ ਪੁਰਾਣੇ ਸੰਵਿਧਾਨ ਦੇ ਆਧਾਰ ਤੇ ਹੀ ਕੰਮ ਕਰਨਾ ਪਏਗਾ। ਖੇਡ ਮੰਤਰਾਲੇ ਨੇ ਵੀ ਬੋਰਡ ਅਤੇ ਰਾਜ ਕ੍ਰਿਕਟ ਸੰਘਾਂ ਦੀਆਂ ਚੋਣਾਂ ਬਾਰੇ ਸਥਿਤੀ ਸਾਫ਼ ਕੀਤੀ ਸੀ। ਇੱਕ ਅਧਿਕਾਰੀ ਨੇ ਕਿਹਾ ਸੀ ਕਿ ਜਦ ਤੱਕ ਨਵਾਂ ਬਿੱਲ ਪ੍ਰਕਾਸ਼ਿਤ ਨਹੀਂ ਹੁੰਦਾ ਤਦ ਤੱਕ ਕ੍ਰਿਕਟ ਨਾਲ ਸੰਬੰਧਿਤ ਸੰਘ ਪੁਰਾਣੇ ਸੰਵਿਧਾਨ ਦੇ ਆਧਾਰ ਤੇ ਹੀ ਚੱਲਣਗੇ। ਲੋੜਾ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਅਹੁਦੇਦਾਰਾਂ ਦੀ ਵੱਧ ਤੋਂ ਵੱਧ ਉਮਰ 70 ਸਾਲ ਹੈ। 19 ਜੁਲਾਈ ਨੂੰ 70 ਸਾਲ ਦੇ ਹੋਣ ਕਾਰਨ ਰੋਜ਼ਰ ਬੀਨੀ ਨੂੰ ਆਪਣਾ ਅਹੁਦਾ ਛੱਡਣਾ ਪਿਆ। ਸੋ ਇਹ ਸਨ ਪੰਜਾਬ ਨਿਊਜ਼ ਦੀਆਂ ਅਹਿਮ ਖਬਰਾਂ। ਇਸ ਦੇ ਨਾਲ ਤੁਸੀਂ ਮੈਨੂੰ ਦਿਓ ਆਗਿਆ। ਧੰਨਵਾਦ।